हाँ जी प्यारे बच्चों नमस्कार। अज आप गल करांगे पंजवीं जमात पंजाबी पुस्तक पाठ नंबर 12 सच्ची मित्रता। इस पाठ नूं पढ़ांगे और इस पाठ के प्रश्न उत्तर करावांगे। एक कुत्ते ते कुक्कड़ दी सी गूढ़ी पक्की जारी, दे सकदे सन एक दूजे लई अपनी जान प्यारी। एक बारी ओह दोवें दोस्त सैर करन नूं चले, जंगल दे विच रात पै गई, रह गए कलम कल्ले। रात पई ते घर नूं मुड़ना है सी बहुत मुहाल, दोहां रल के सोच दुड़ाई, छड्ड दिता छड्ड ख्याल। कुक्कड़ रुख दे उत्ते चढ़ के बेफिक्री विच सुत्ता, रुख तणे दे खोल च वड़ के लेट गया ओह कुत्ता। सुबह सवेरे उठिया कुक्कड़ उठ के दित्ती बांग, एक लूंबड़ी जंगल विचों आई मार छलांग। मोटा कुक्कड़ वेख सामने मूँह विच भरिया पानी, मोमो ठगणी बन के बोली फेर लूंबड़ी राणी। आवाज़ तेरी मिठी मनमोहनी, तू जंगल दा राजा, मैं तेरे दर्शन लई आई, हेठां आजा आजा। नेड़े ढुक के दर्शन कर लां, जन्म सफल हो जावे, ऐसी घड़ी सुलखणी शाला मेरे भागी आवे। कुक्कड़ बहुत सियाणा है सी, गया ओह ताड़ चलाकी, उसने दिता ढुकमा उत्तर, खोल अकल दी ताकी। ठीक कहा तू लूंबड़ी राणी, मैं जंगल दा राजा, दरबान मेरा पर थल्ले सुत्ता, उसनूं जरा जगा जा। ओह जागू मैं थल्ले आऊँ, कर लई दर्शन रज के, मेरी गल तू मन लै भैणे, जाई ना हुण भज के। रुख दे बल नूं बधी लूंबड़ी, लालच सुरत गवाई, इन्ने नूं कुत्ता भी उठिया लैके एक अंगड़ाई। देख लूंबड़ी झपटिया कुत्ता गुस्से दे विच आया, खूब पुगाई आड़ी उहने मित्र ताईं बचाया। औखे शब्दां दे अर्थ। मुहाल औखा, खोल दरखत दे तने विचली खाली जगह, बेफिक्री फिकर ना करना, मोमो ठगणी मिठियां मिठियां गल्लां नाल भरमाउण वाली, नेड़े ढुक के नेड़े हो के, मनमोहनी मन नूं चंगी लगण वाली, सुलखणी भागां वाली, भागी किस्मत विच, ताड़ स्थिति नूं समझ जाना, दरबान पहरा देण वाला, सुरत होश, आड़ी दोस्ती। कुछ होर याद रखण जो गल्लां। शेर नूं जंगल दा राजा कहा जांदा है, कुक्कड़ सुख ते उठण लई बांग दिंदा है, कुत्ता एक वफादार जानवर है, लूंबड़ी एक चलाक जानवर है, सच्चा मित्र ਉਹ है जो औखे समय ਕੰਮ ਆਵੇ। ਹੁਣ ਆਪਾਂ ਇਸ ਦਾ ਪਾਠ ਅਭਿਆਸ ਕਰਦੇ ਹਾਂ। ਜ਼ੁਬਾਨੀ ਅਭਿਆਸ। ਪ੍ਰਸ਼ਨ ਨੰਬਰ 1 ਹੈਗਾ, ਕੁੱਤਾ ਅਤੇ ਕੁੱਕੜ ਇੱਕ ਦੂਜੇ ਦੇ ਲਈ ਕੀ ਕਰ ਸਕਦੇ ਸਨ? ਕੁੱਤਾ ਅਤੇ ਕੁੱਕੜ ਲੋੜ ਪੈਣ 'ਤੇ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਸਨ। ਨੰਬਰ 2, ਰਾਤ ਨੂੰ ਕੁੱਤਾ ਕਿੱਥੇ ਲੇਟ ਗਿਆ? ਰਾਤ ਨੂੰ ਕੁੱਤਾ ਦਰਖਤ ਦੀ ਖੋੜ ਵਿੱਚ ਲੇਟ ਗਿਆ ਤੇ ਕੁੱਕੜ ਕਿੱਥੇ ਸੀ? ਕੁੱਕੜ ਦਰਖਤ ਦੀ ਟਾਹਣੀ ਉੱਤੇ ਚੜ੍ਹ ਗਿਆ ਸੀ। ਨੰਬਰ 3, ਕੁੱਕੜ ਨੇ ਲੂੰਬੜੀ ਨੂੰ ਕੀ ਕਿਹਾ? ਕੁੱਕੜ ਨੇ ਲੂੰਬੜੀ ਨੂੰ ਚਲਾਕੀ ਤਾੜ ਕੇ ਕਿਹਾ ਕਿ ਉਹ ਉਸਦੇ ਦਰਸ਼ਨ ਕਰਨ ਤੋਂ ਪਹਿਲਾਂ ਰੁੱਖ ਹੇਠ ਸੁੱਤੇ ਉਸਦੇ ਦਰਬਾਨ ਨੂੰ ਜਗਾ ਦੇਵੇ। ਕਵਿਤਾ ਨੂੰ ਲੈ ਵਿੱਚ ਗਾਓ। ਇਹ ਕਵਿਤਾ ਬੱਚੇ ਤੁਸੀਂ ਲੈ ਦੇ ਵਿੱਚ ਗਾਉਣੀ ਹੈਗੀ ਹੈ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਕੁੱਤੇ ਅਤੇ ਕੁੱਕੜ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਕੁੱਤੇ ਅਤੇ ਕੁੱਕੜ ਦਾ ਆਪਸ ਵਿੱਚ ਪੱਕੀ ਤੇ ਸੱਚੀ ਮਿੱਤਰਤਾ ਦਾ ਰਿਸ਼ਤਾ ਸੀ। ਜੰਗਲ ਵਿੱਚ ਰਾਤ ਨੂੰ ਕੁੱਕੜ ਕਿੱਥੇ ਸੁੱਤਾ ਸੀ? ਜੰਗਲ ਵਿੱਚ ਰਾਤ ਨੂੰ ਕੁੱਕੜ ਰੁੱਖ ਉੱਤੇ ਚੜ੍ਹ ਕੇ ਸੁੱਤਾ ਸੀ। ਨੰਬਰ 3, ਕੁੱਤੇ ਨੇ ਕੁੱਕੜ ਨਾਲ ਆਪਣੀ ਮਿੱਤਰਤਾ ਕਿਵੇਂ ਪੁਗਾਈ?
ਜਦੋਂ ਲੂੰਬੜੀ ਨੇ ਮੋਟੇ ਕੁੱਕੜ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਉਸ ਨੂੰ ਖਾਣ ਲਈ ਉਸਨੇ ਮੂੰਹ ਵਿੱਚ ਪਾਣੀ ਭਰ ਗਿਆ ਉਸਦੇ ਮੂੰਹ ਵਿੱਚ ਪਾਣੀ ਭਰ ਗਿਆ। ਉਹ ਮੋਮੋ ਠੱਗਣੀ ਬਣ ਕੇ ਕੁੱਕੜ ਦੀਆਂ ਸਿਫਤਾਂ ਕਰਨ ਲੱਗੀ। ਜਦੋਂ ਉਹ ਰੁੱਖ ਵੱਲ ਵਧੀ ਤਾਂ ਰੁੱਖ ਦੇ ਖੋੜ ਵਿੱਚੋਂ ਕੁੱਤਾ ਜਾਗ ਪਿਆ। ਉਸਨੇ ਲੂੰਬੜੀ ਨੂੰ ਝਪਟਾ ਮਾਰਿਆ ਤੇ ਲੂੰਬੜੀ ਦੌੜ ਗਈ। ਇਸ ਤਰ੍ਹਾਂ ਕੁੱਤੇ ਨੇ ਕੁੱਕੜ ਨਾਲ ਆਪਣੀ ਮਿੱਤਰਤਾ ਪੁਗਾਈ। ਵਿਰੋਧੀ ਸ਼ਬਦ ਲਿਖੋ। ਰਾਤ ਦਿਨ, ਮੋਟਾ ਪਤਲਾ, ਨੇੜੇ ਦੂਰ, ਪੱਕੀ ਕੱਚੀ, ਉੱਤੇ ਹੇਠਾਂ, ਮਿੱਠੀ ਕੌੜੀ ਫਿੱਕੀ, ਗੂੜੀ ਫਿੱਕੀ, ਦੋਸਤ ਦੁਸ਼ਮਣ। ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਬੱਚਿਓ ਆਪਾਂ ਚੜ੍ਹਨਾ, ਇਹਦਾ ਉਲਟ ਕੀ ਹੁੰਦਾ? ਉਤਰਨਾ। ਠੀਕ ਦਾ ਉਲਟ ਗਲਤ। ਉੱਤਰ ਦਾ ਉਲਟ ਕੀ ਹੁੰਦਾ? ਪ੍ਰਸ਼ਨ। ਸੁੱਤਾ ਜਾਗਦਾ। ਅੱਗੇ ਆਪਾਂ ਨੇ ਸਹੀ ਵਾਕ ਅੱਗੇ ਸਹੀ ਦਾ ਨਿਸ਼ਾਨ ਲਾਉਣਾ ਹੈ। ਨੰਬਰ 1, ਕੁੱਤਾ ਅਤੇ ਕੁੱਕੜ ਜੰਗਲ ਵਿੱਚ ਕੀ ਕਰਨ ਗਏ? ਕੀ ਕਰਨ ਗਏ ਸੀ ਬੱਚਿਓ? ਭੋਜਨ ਦੀ ਭਾਲ ਕਰਨ ਗਏ ਸੀ, ਜਾਂ ਫਿਰ ਜਾਨਵਰਾਂ ਨੂੰ ਮਿਲਣ ਗਏ ਸੀ, ਜਾਂ ਫਿਰ ਸੈਰ ਕਰਨ ਗਏ ਸੀ? ਤਾਂ ਉਹ ਕੀ ਕਰਨ ਗਏ ਸੀ? ਉਹ ਸੈਰ ਕਰਨ ਗਏ ਸੀ। ਇੱਥੇ ਆਪਾਂ ਸਹੀ ਦਾ ਨਿਸ਼ਾਨ ਲਾ ਦਾਂਗੇ। ਨੰਬਰ 2, ਆਵਾਜ਼ ਤੇਰੀ ਮਿੱਠੀ ਮਨਮੋਹਣੀ ਤੂੰ ਜੰਗਲ ਦਾ ਰਾਜਾ। ਇਹ ਸ਼ਬਦ ਕਿਸ ਨੇ ਕਹੇ ਸੀ? ਕੁੱਕੜ ਨੇ ਕਹੇ ਸੀ, ਲੂੰਬੜੀ ਨੇ ਕਹੇ ਸੀ, ਜਾਂ ਫਿਰ ਕੁੱਤੇ ਨੇ ਕਹੇ ਸੀ? ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਕਿਸ ਨੇ ਕਹੇ ਸੀ? ਇਹ ਸ਼ਬਦ ਲੂੰਬੜੀ ਨੇ ਕਹੇ ਸੀ। ਠੀਕ ਹੈ, ਇੱਥੇ ਆਪਾਂ ਟਿਕ ਦਾ ਨਿਸ਼ਾਨ ਲਾ ਦਾਂਗੇ। ਹੇਠ ਦਿੱਤੇ ਵਾਕਾਂ ਦੇ ਲਿੰਗ ਬਦਲਣੇ ਨੇ ਆਪਾਂ ਨੇ। ਠੀਕ ਹੈ, ਕੁੱਕੜ ਜੰਗਲ ਵਿੱਚ ਸੈਰ ਕਰਨ ਲਈ ਗਿਆ। ਕੁੱਕੜ ਦੀ ਥਾਂ 'ਤੇ ਆਪਾਂ ਕੀ ਲਿਖਾਂਗੇ? ਕੁੱਕੜੀ ਜੰਗਲ ਵਿੱਚ ਸੈਰ ਕਰਨ ਲਈ ਗਈ। ਕੁੱਕੜੀ ਜੰਗਲ ਵਿੱਚ ਸੈਰ ਕਰਨ ਲਈ ਗਈ। ਨੰਬਰ 2, ਲੂੰਬੜੀ ਨੇ ਛਲਾਂਗ ਲਾਈ। ਲੂੰਬੜ ਨੇ ਛਲਾਂਗ ਲਾਈ। ਕੁੱਤਾ ਤਣੇ ਦੇ ਖੋਲ ਵਿੱਚ ਵੜ ਕੇ ਬੈਠ ਗਿਆ। ਕੁੱਤੀ ਤਣੇ ਦੇ ਖੋਲ ਵਿੱਚ ਵੜ ਕੇ ਬੈਠ ਗਈ। ਕਵਿਤਾ ਵਿੱਚ ਕੁੱਕੜ ਅਤੇ ਕੁੱਤੇ ਦੀ ਮਿੱਤਰਤਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਇੱਕ ਕੁੱਤੇ ਤੇ ਕੁੱਕੜ ਦਾ ਆਪਸ ਵਿੱਚ ਬਹੁਤ ਪਿਆਰ ਸੀ। ਇੱਕ ਵਾਰੀ ਉਹ ਕਿਧਰੇ ਸੈਰ ਕਰਨ ਲਈ ਚੱਲ ਪਏ। ਰਸਤੇ ਵਿੱਚ ਜਦੋਂ ਉਹ ਇੱਕ ਜੰਗਲ ਵਿੱਚੋਂ ਲੰਘ ਰਹੇ ਸਨ ਕਿ ਰਾਤ ਪੈ ਗਈ। ਵਾਪਸ ਮੁੜਨ ਦਾ ਕੋਈ ਚਾਰਾ ਨਾ ਦੇਖ ਕੇ ਕੁੱਕੜ ਰੁੱਖ ਦੇ ਉੱਤੇ ਚੜ੍ਹ ਕੇ ਅਤੇ ਕੁੱਤਾ ਰੁੱਖ ਹੇਠਾਂ ਉਸ ਦੀ ਖੋੜ ਵਿੱਚ ਵੜ ਕੇ ਸੌਂ ਗਿਆ। ਸਵੇਰ ਚੜ੍ਹੀ ਤਾਂ ਕੁੱਕੜ ਨੇ ਉੱਠ ਕੇ ਬਾਂਗ ਦਿੱਤੀ। ਉਸ ਦੀ ਬਾਂਗ ਸੁਣ ਕੇ ਇੱਕ ਲੂੰਬੜੀ ਛਾਲ ਮਾਰ ਕੇ ਉੱਥੇ ਪਹੁੰਚ ਗਈ। ਰੁੱਖ ਉੱਤੇ ਮੋਟਾ ਕੁੱਕੜ ਦੇਖ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ। ਉਸਨੇ ਮੋਮੋ ਠੱਗਣੀ ਬਣ ਕੇ ਕੁੱਕੜ ਨੂੰ ਕਿਹਾ, ਤੇਰੀ ਆਵਾਜ਼ ਬਹੁਤ ਮਿੱਠੀ ਹੈ ਤੇ ਉਹ ਜੰਗਲ ਦਾ ਰਾਜਾ ਹੈ। ਉਹ ਉਸਦੇ ਦਰਸ਼ਨ ਕਰਨ ਆਈ ਹੈ, ਇਸ ਕਰਕੇ ਉਹ ਹੇਠਾਂ ਆ ਜਾਵੇ ਤਾਂ ਕਿ ਉਹ ਉਸਦੇ ਨੇੜੇ ਤੋਂ ਦਰਸ਼ਨ ਕਰ ਸਕੇ। ਕੁੱਕੜ ਬਹੁਤ ਸਿਆਣਾ ਸੀ। ਉਹ ਲੂੰਬੜੀ ਦੀ ਚਲਾਕੀ ਤਾੜ ਗਿਆ। ਉਸਨੇ ਉਸ ਨੂੰ ਕਿਹਾ ਕਿ ਜੇਕਰ ਉਸਨੇ ਉਸਦੇ ਦਰਸ਼ਨ ਕਰਨੇ ਹਨ ਤਾਂ ਉਹ ਰੁੱਖ ਹੇਠਾਂ ਸੁੱਤੇ ਉਸਦੇ ਪਹਿਰੇਦਾਰ ਨੂੰ ਜਗਾ ਦੇਵੇ। ਫਿਰ ਉਹ ਹੇਠਾਂ ਆ ਜਾਵੇਗਾ ਤੇ ਉਹ ਉਸਦੇ ਰੱਜ ਕੇ ਦਰਸ਼ਨ ਕਰ ਲਵੇ। ਇਹ ਸੁਣ ਕੇ ਲੂੰਬੜੀ ਦਰੱਖਤ ਦੇ ਮੁੱਢ ਵੱਲ ਗਈ ਤਾਂ ਇੰਨੇ ਨੂੰ ਕੁੱਤਾ ਵੀ ਜਾਗ ਪਿਆ। ਉਹ ਲੂੰਬੜੀ ਨੂੰ ਝਪਟ ਕੇ ਪੈ ਗਿਆ। ਇੰਜ ਉਸਨੇ ਕੁੱਕੜ ਨੂੰ ਬਚਾ ਕੇ ਖੂਬ ਮਿੱਤਰਤਾ ਪੁਗਾਈ। ਤਾਂ ਬੱਚੋ ਇਹ ਕਹਾਣੀ ਜਿਹੜੀ ਪੂਰੀ ਹੋ ਗਈ ਹੈ ਅਤੇ ਇਸ 'ਤੇ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ? ਮਿੱਤਰ ਉਹ ਜੋ ਮੁਸੀਬਤ ਵਿੱਚ ਕੰਮ ਆਵੇ। ਅਤੇ ਬੱਚੋ ਇਹ ਪਾਠ ਜਿਹੜਾ ਪੂਰਾ ਹੋ ਗਿਆ। ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।